मैं मनवीर कौर सोशल पोस्ट ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਔਰ ਇੱਕ ਸਟੈਂਡ ਸਟਿਲ ਦਾ ਫੇਜ਼ ਹੈ ਜਿੱਥੇ ਦੋਨੋਂ ਧਰਾਵਾਂ ਇੱਕ ਦੂਜੇ ਤੇ ਐਲੀਗੇਸ਼ਨਸ ਲਗਾ ਕੇ ਚੁੱਪ ਕਰ ਰਹੀਆਂ ਨੇ। ਸਭ ਤੋਂ ਵੱਡੀ ਐਲੀਗੇਸ਼ਨ ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਲਗਾਈ ਹੈ ਕਿ ਹਰਦੀਪ ਨਿੱਜਰ ਦੇ ਕੇਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਇਹ ਮੇਬੀ ਦੇ ਨਾਲ ਚੱਲਦਾ, ਇਹ ਐਲੀਗੇਸ਼ਨ ਹੈ, ਕੋਈ ਐਵੀਡੈਂਸ ਕੋਈ ਸਬੂਤ ਸਾਡੇ ਸਾਹਮਣੇ ਨਹੀਂ ਹੈ, ਬਟ ਇੱਕ ਬਹੁਤ ਵੱਡੀ ਡਿਪਲੋਮੈਟਿਕ ਮੂਵ ਹੈਗੀ ਹੈ ਜਿੱਥੇ ਦੋਨਾਂ ਦੇਸ਼ਾਂ ਨੇ, ਇੰਡੀਆ ਨੇ ਤੇ ਕੈਨੇਡਾ ਨੇ ਵੀ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਇੱਥੋਂ ਐਕਸਪੈਲ ਕਰ ਦਿੱਤਾ ਹੈਗਾ। ਪਰ ਇਹਦੇ ਵਿੱਚ ਜੋ ਸਭ ਤੋਂ ਵੱਡਾ ਫੈਕਟਰ ਜੋ ਇਸ ਸਮੇਂ ਪੰਜਾਬ ਦੇ ਵਿੱਚ ਹੈ ਕਿ ਪੰਜਾਬ ਕੈਨੇਡਾ ਦੇ ਨਾਲ ਆਪਣਾ ਇੱਕ ਸਿੱਧਾ ਰਿਸ਼ਤਾ ਮਹਿਸੂਸ ਕਰਦਾ ਹੈ, ਕਿਉਂਕਿ 50% ਪੰਜਾਬੀ ਇੱਦਾਂ ਦੇ ਨੇ ਜਿਹੜੇ ਸਿੱਧੇ ਢੰਗ ਦੇ ਨਾਲ ਰਿਸ਼ਤੇਦਾਰੀਆਂ ਚੋਂ, ਪਰਿਵਾਰਾਂ ਚੋਂ ਕੈਨੇਡਾ ਦੇ ਨਾਲ ਜੁੜੇ ਹੋਏ ਨੇ। ਸੋ ਕੈਨੇਡਾ ਦੇ ਤੇ ਭਾਰਤ ਦੇ ਰਿਸ਼ਤੇ ਖਰਾਬ ਹੋਣ ਦੇ ਨਾਲ ਸਾਡੇ ਤੇ ਪੰਜਾਬ ਦੇ ਉਹ ਜਿਹੜੇ ਪੰਜਾਬ ਦੇ ਪਰਿਵਾਰ ਬਾਹਰ ਵਸੇ ਹੋਏ ਨੇ ਜਾਂ ਕਿੱਦਾਂ ਦਾ ਫਰਕ ਪੈ ਸਕਦਾ, ਇਸ ਵਿਸ਼ੇ ਨੂੰ ਖੰਗਾਲਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਜਾਂਦੇ ਨੇ ਉਹਨਾਂ ਤੇ ਕੀ ਫਰਕ ਪੈ ਸਕਦਾ, ਔਰ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਜਿਹੜੀ ਇੱਕ ਇੰਡੀਆ ਤੇ ਕੈਨੇਡਾ ਦੀ ਟ੍ਰੇਡ, ਉਹਨਾਂ ਦਾ ਵਪਾਰ ਦਾ ਇੱਕ ਸਮਝੌਤਾ ਹੋਣਾ ਸੀ ਜਿਹੜਾ ਫ੍ਰੀ ਟ੍ਰੇਡ ਦਾ, ਉਹ ਇੱਕ ਤਰ੍ਹਾਂ ਦੇ ਨਾਲ ਸਟੈਂਡ ਸਟਿਲ ਤੇ ਆ ਗਿਆ। ਔਰ ਪਹਿਲਾਂ ਇਹ ਸਮਝੌਤੇ ਦੀ ਗੱਲਬਾਤ ਹੀ ਬੰਦ ਹੁੰਦੀ ਹੈ ਔਰ ਉਸ ਤੋਂ ਬਾਅਦ ਹੀ ਜਸਟਿਨ ਟਰੂਡੋ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਜਿਹੜੀਆਂ ਬਹੁਤ ਸੀਰੀਅਸ ਐਲੀਗੇਸ਼ਨਸ ਜਿਹੜੀਆਂ ਲਗਾਉਂਦੇ ਨੇ। ਸੋ ਇਸੇ ਵਿਸ਼ੇ ਤੇ ਗੱਲ ਕਰਨ ਲਈ ਕਿ ਇਸ ਡਿਪਲੋਮੈਟਿਕ ਜਿਹੜੀਆਂ ਟਰਨ ਆਫ ਇਵੈਂਟਸ ਹੋਈਆਂ ਨੇ ਜੋ ਹਰਗਿਜ਼ ਵੀ ਚੰਗੀਆਂ ਨਹੀਂ ਨੇ, ਇਹਦਾ ਸਾਡੇ ਤੇ ਕੀ ਅਸਰ ਹੋ ਸਕਦਾ ਹੈ ਵਿਦਿਆਰਥੀਆਂ ਤੇ ਟ੍ਰੇਡ ਦੇ ਉੱਤੇ ਐਂਡ ਐਵਰੀਥਿੰਗ, ਇਹਨੂੰ ਸਮਝਣ ਦੇ ਲਈ ਮੇਰੇ ਨਾਲ ਸਾਡੇ ਆਰਥਿਕ ਵਿਗਿਆਨੀ ਸਰਦਾਰ ਸੁੱਚਾ ਸਿੰਘ ਗਿੱਲ ਨੇ, ਕੈਨੇਡਾ ਦੇ ਵਿੱਚ ਹੀ ਬੇਸ ਨੇ, ਅੱਜ ਕੱਲ੍ਹ ਰਹਿ ਰਹੇ ਨੇ। ਸੋ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹ ਦੇਖਦੇ ਨੇ ਇਹ ਸਾਰੀਆਂ ਜਿਹੜੀਆਂ ਘਟਨਾਕ੍ਰਮ ਵਾਪਰਿਆ ਹੈ। ਸਰ, ਮੈਂ ਤੁਹਾਨੂੰ ਸ਼ਾਮਿਲ ਕਰਦੇ ਹੋਏ, ਤੁਹਾਡਾ ਸਵਾਗਤ ਕਰਦੇ ਹੋਏ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੀ ਕਿ ਇਹ ਜੋ ਇੰਡੀਆ ਔਰ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਇੱਕ ਮੈਂ ਨਵਾਂ ਮੋੜ ਹੀ ਕਵਾਂਗੀ ਸਰ, ਕਿ ਇੱਕ ਡਿਪਲੋਮੈਟਿਕ ਟਾਈਜ਼ ਦੇ ਵਿੱਚ ਇੱਕ ਕੋਲਡ ਵਾਰ, ਇੱਕ ਵਾਰ ਸ਼ੁਰੂ ਹੋਈ ਹੈ, ਡਿਪਲੋਮੈਟਿਕ ਵਾਰ, ਤਾਂ ਇਹਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਸਕਦਾ ਹੈਗਾ, ਕਿਉਂਕਿ ਕਿੰਨੇ ਵਿਦਿਆਰਥੀ ਲੱਖ ਤੋਂ ਉੱਪਰ ਪੰਜਾਬੋਂ ਪੜ੍ਹਨ ਦੇ ਲਈ ਜਾ ਰਹੇ ਨੇ ਕੈਨੇਡਾ ਨੂੰ। ਸਰ ਮਨਵੀਰ, ਪਹਿਲਾਂ ਤਾਂ ਮੇਰਾ ਤੁਹਾਨੂੰ ਔਰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ। ਇਹ ਜਿਹੜੀ ਗੱਲ ਆਪਾਂ ਅੱਜ ਕਰ ਰਹੇ ਹਾਂ, ਇਹ ਪਿਛਲੇ ਕੁਝ ਸਮੇਂ ਤੋਂ ਕਾਫੀ ਤੋਂ ਇਹ ਏਅਰ ਵਿੱਚ ਸੀਗੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲੀ ਵਾਰ ਜਸਟਿਨ ਟਰੂਡੋ ਇੰਡੀਆ ਆਏ ਨੇ ਤੇ ਉਹਨਾਂ ਦਾ ਸਵਾਗਤ ਠੀਕ ਤਰ੍ਹਾਂ ਨਹੀਂ ਕੀਤਾ ਗਿਆ। ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਮਿਲਣ ਤੋਂ ਨਾ ਕਰਤੀ ਸੀਗੀ, ਔਰ ਇਸੇ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਦਾ ਕੋਈ ਉਸ ਤਰ੍ਹਾਂ ਦਾ ਜਿਹੜਾ ਆਦਰ ਮਾਣ ਨਹੀਂ ਸੀ ਕੀਤਾ। ਇਹ ਪੁਰਾਣੀ ਗੱਲ ਹੈ। ਇਹਦੇ ਪਿੱਛੇ ਇਹੀ ਗੱਲ ਸੀਗਾ ਕਿ ਕੈਨੇਡਾ ਦੇ ਵਿੱਚ ਜਿਹੜੇ ਕੁਛ ਲੋਕ ਰਹਿ ਰਹੇ ਨੇ, ਖਾਸ ਕਰਕੇ ਸਿੱਖ ਭਾਈਚਾਰਾ, ਉਹਨਾਂ ਵੱਲੋਂ ਇਹੋ ਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕੈਨੇਡਾ ਰੋਕਦਾ ਨਹੀਂ ਹੈ, ਲੇਕਿਨ ਹਿੰਦੁਸਤਾਨ ਬਿਲਕੁਲ ਇਹਨੂੰ ਪਸੰਦ ਨਹੀਂ ਕਰਦਾ। ਖਾਸ ਕਰਕੇ ਜਿਹੜਾ ਖਾਲਿਸਤਾਨ ਨਾਲ ਰਿਲੇਟਡ ਰੈਫਰੈਂਡਮ ਹੈ ਤੇ ਇਹੋ ਜਿਹੀਆਂ ਐਕਟੀਵਿਟੀਜ਼ ਨੇ, ਇਹਨਾਂ ਨੂੰ ਹਿੰਦੁਸਤਾਨ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਔਰ ਕੈਨੇਡਾ ਜਿਹੜਾ ਹੈ ਇਹਨਾਂ ਨੂੰ ਰੋਕ ਨਹੀਂ ਰਿਹਾ। ਤੇ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਥੋੜ੍ਹੀ ਬਹੁਤੀ ਕੁੜੱਤਣ ਜਿਹੜੀ ਆ ਪਹਿਲਾਂ ਤੋਂ ਹੀ ਮੌਜੂਦ ਸੀਗੀ। ਲੇਕਿਨ ਹੁਣ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹ ਹੈ ਕਿ ਮਿਸਟਰ ਨਿੱਜਰ, ਜਿਹੜੇ ਕਿ ਸਰੀ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਸੀਗੇ, ਗੁਰੂ ਨਾਨਕ ਗੁਰਦੁਆਰਾ ਜਿਹੜਾ ਹੈਗਾ, ਉਹਨਾਂ ਦਾ ਕਤਲ ਹੋ ਜਾਂਦਾ ਪਿਛਲੇ ਸਮੇਂ ਦੇ ਵਿੱਚ। ਤੇ ਉਹਦੇ ਬਾਅਦ ਇੱਥੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਖਾਲਿਸਤਾਨੀ ਨੇ ਉਹ ਭਾਰਤੀ ਜਿਹੜੇ ਡਿਪਲੋਮੈਟਸ ਨੇ ਉਹਨਾਂ ਦੇ ਕੁਝ ਨਾਂ ਲੈ ਕੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ। ਲੇਕਿਨ ਇਹ ਗੱਲ ਥੋੜ੍ਹੀ ਜਿਹੀ ਬਹਿ ਜਾਂਦੀ ਹੈ। ਲੇਕਿਨ ਇਸ ਸਮੇਂ ਜਿਹੜਾ ਭਾਰਤ ਵਿੱਚ ਸੰਮੇਲਨ ਹੁੰਦਾ G20, ਉਹਦੇ ਵਿੱਚ ਜਸਟਿਨ ਟਰੂਡੋ ਆਉਂਦੇ ਨੇ, ਔਰ ਤੁਸੀਂ ਦੇਖਿਆ ਹੋਣਾ ਕਿ ਬਾਕੀ ਜਿਹੜੇ ਪ੍ਰੈਜ਼ੀਡੈਂਟ ਜਾਂ ਦੇਸ਼ਾਂ ਦੇ ਮੁਖੀ ਆਏ, ਉਹਨਾਂ ਨੂੰ ਰਿਸੀਵ ਕਰਨ ਵਾਸਤੇ ਪ੍ਰਧਾਨ ਮੰਤਰੀ ਜਾਂ ਸੀਨੀਅਰ ਬੰਦੇ ਲਗਾਏ ਗਏ, ਲੇਕਿਨ ਇਹਨਾਂ ਨੂੰ ਰਿਸੀਵ ਕਰਨ ਵਾਸਤੇ ਬਹੁਤ ਹੀ ਜੂਨੀਅਰ ਬੰਦਾ ਜਿਹੜਾ ਏਅਰਪੋਰਟ ਤੇ ਭੇਜਿਆ ਗਿਆ ਸੀਗਾ। ਫਿਰ ਜਦੋਂ ਮਿਲਣੀ ਸ਼ੁਰੂ ਹੋਈ ਹੈ ਮੀਟਿੰਗ 9 ਤੇ 10 ਸਤੰਬਰ ਨੂੰ, ਉਦੋਂ ਵੀ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਜਿਹੜੇ ਨੇ ਔਰ ਜਸਟਿਨ ਟਰੂਡੋ ਨੇ, ਇਹਨਾਂ ਦੀ ਬਾਡੀ ਲੈਂਗੁਏਜ ਤੋਂ ਨਜ਼ਰ ਆ ਰਿਹਾ ਸੀਗਾ ਕਿ ਇਹਨਾਂ ਦੇ ਵਿੱਚ ਸਭ ਠੀਕ ਨਹੀਂ ਹੈ, ਕੁਛ ਅੰਦਰ ਖਾਤੇ ਜਿਵੇਂ ਰਿੱਝਿਆ ਹੁੰਦਾ ਨਾ, ਇਹਦੇ ਤੋਂ ਨਜ਼ਰ ਆ ਰਿਹਾ ਸੀਗਾ। ਫਿਰ ਇਹੋ ਜਿਹੀਆਂ ਵੀ ਅਫਵਾਹਾਂ ਚੱਲੀਆਂ ਕਿ ਬਾਕੀ ਦੇ ਹੈੱਡ ਆਫ ਦਾ ਸਟੇਟ ਉੱਥੋਂ ਚਲੇ ਗਏ ਤੇ ਜਸਟਿਨ ਟਰੂਡੋ ਜਿਹੜੇ ਨੇ ਉਹ 2 ਦਿਨ ਰੁਕੇ ਰਹੇ, ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ, ਕਈ ਤਰ੍ਹਾਂ ਦੇ ਸ਼ੰਕੇ ਪਰੰਤੂ ਇਹਦੇ ਬਾਰੇ ਹੁੰਦੇ ਰਹੇ।
ਔਰ ਇੰਡੀਆ ਮੀਡੀਆ ਜਾਂ ਵਿੱਚ ਕੁਛ ਇਹੋ ਜਿਹੀਆਂ ਗੱਲਾਂ ਵੀ ਚੱਲੀਆਂ ਕਿ ਟਰੂਡੋ ਦੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਇਦ ਕਲਾਸ ਲਾਈ ਹੈ, ਉਹਨਾਂ ਨੂੰ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਕੁਛ ਕਿਹਾ ਹੈਗਾ। ਤੇ ਹੁਣ ਜਿਹੜਾ ਬਾਹਰ ਆਈ ਗੱਲ ਇਹ ਆ ਕਿ ਜਸਟਿਨ ਟਰੂਡੋ ਨੇ ਉਹਨਾਂ ਨੂੰ ਕਿਹਾ ਕਿ ਜਿਹੜੀ ਮਿਸਟਰ ਨਿੱਜਰ ਦਾ ਮਰਡਰ ਹੈ ਉਹ ਹਿੰਦੁਸਤਾਨ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਕਰਵਾਇਆ ਗਿਆ ਹੈਗਾ। ਤੇ ਇੱਥੇ ਆਣ ਕੇ ਉਹਨਾਂ ਨੇ ਫਿਰ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਨੂੰ ਹਿੰਦੁਸਤਾਨ ਭੇਜਿਆ ਸੀਗਾ, ਫਿਰ ਉਹ ਵਾਪਸ ਆ ਗਏ, ਫਿਰ ਉਹ ਬਰਤਾਨੀਆ ਗਏ ਤੇ ਉਹਨਾਂ ਨੇ ਜਿਹੜੇ G7 ਕੰਟਰੀ ਨੇ ਜਿਨ੍ਹਾਂ 'ਚ ਅਮਰੀਕਾ ਹੈਗਾ, ਗ੍ਰੇਟ ਬ੍ਰਿਟਨ ਹੈ ਔਰ ਸ਼ਾਇਦ ਇਟਲੀ ਹੈ, ਇਹਨਾਂ ਨਾਲ ਉਹਨਾਂ ਨੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕਰ ਲਈ ਆ। ਤੇ ਅਮਰੀਕਾ ਵੱਲੋਂ ਇਸ ਗੱਲ ਦੇ ਉੱਤੇ ਕਿਹਾ ਗਿਆ ਕਿ ਗੱਲ ਮਾੜੀ ਹੈ ਕਿ ਜੇ ਕਿਸੇ ਮੁਲਕ ਦੇ ਵਿੱਚ ਕੋਈ ਬਾਹਰ ਦੀ ਏਜੰਸੀ ਆਣ ਕੇ ਕਿਸੇ ਦਾ ਮਰਡਰ ਕਰਦੀ ਆ, ਇੰਟਰਵੀਨ ਕਰਦੀ। ਪਰ ਸਰ ਹਾਊ ਸੀਰੀਅਸ ਇਹ ਕਿੰਨਾ ਕਿ ਸਾਡੇ ਲਈ ਗੰਭੀਰ ਮਸਲਾ ਹੈਗਾ ਜੀ, ਖਾਸ ਤੌਰ ਤੇ ਪੰਜਾਬੀਆਂ ਨੂੰ ਧਿਆਨ 'ਚ ਰੱਖ ਕੇ ਆਪਾਂ ਸੋਚੀਏ ਤਾਂ। ਇਹ ਗੰਭੀਰ ਇਸ ਕਰਕੇ ਆ ਕਿ ਇਹਦੇ ਨਾਲ ਦੋਵਾਂ ਮੁਲਕਾਂ ਦੇ ਵਿੱਚ ਜਦੋਂ ਟੈਨਸ਼ਨ ਡਿਵੈਲਪ ਹੁੰਦੀ ਹੈ ਤਾਂ ਜਿਹੜੇ ਦੋਵਾਂ ਮੁਲਕਾਂ ਦੇ ਵਸਿੰਦੇ ਨੇ, ਖਾਸ ਕਰਕੇ ਜਿਹੜੇ ਆਉਂਦੇ ਜਾਂਦੇ ਨੇ, ਉਹਨਾਂ ਵਾਸਤੇ ਕੁਝ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ। ਜਿਵੇਂ ਰੀਸੈਂਟ ਡੇਟਾ ਜਿਹੜਾ ਕਲੈਕਟ ਹੋਇਆ ਕਿ ਜਿਹੜੇ ਪੰਜਾਬੀ ਨੇ ਹਿੰਦੁਸਤਾਨ ਦੇ ਬਾਕੀ ਜਿਹੜੇ ਇਲਾਕਿਆਂ ਦੇ ਲੋਕਾਂ ਨੂੰ ਛੱਡ ਦਈਏ ਤਾਂ 7.70 ਜਿਹੜੇ ਕਰੀਬ ਪੌਣੇ 8 ਲੱਖ ਦੇ ਕਰੀਬ ਪੰਜਾਬੀ ਇੱਥੇ ਵਸਦੇ ਨੇ ਕੈਨੇਡਾ ਦੇ ਵਿੱਚ। ਤੇ ਬਹੁਤੇ ਇਹਨਾਂ 'ਚੋਂ ਐਸੇ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਪ੍ਰਾਪਰਟੀ ਜਿਹੜੀਆਂ ਨੇ ਉਹ ਹਿੰਦੁਸਤਾਨ ਦੇ ਵਿੱਚ ਨੇ ਤੇ ਉਹ ਆਉਂਦੇ ਜਾਂਦੇ ਰਹਿੰਦੇ ਨੇ। ਤੇ ਕਾਫੀ ਜਿਹੜੀ ਟ੍ਰੈਫਿਕ ਹੈ ਇੰਡੀਆ ਤੇ ਕੈਨੇਡਾ ਦੇ ਵਿੱਚ ਉਹ ਪੰਜਾਬੀਆਂ ਦੇ ਉੱਤੇ ਆਧਾਰਿਤ ਹੈ। ਬਾਕੀ ਕਮਿਊਨਿਟੀ ਜਿਹੜੀਆਂ ਨੇ ਜਿਵੇਂ ਆਂਧਰਾ ਪ੍ਰਦੇਸ਼ ਹੈ, ਯੂਪੀ ਬਿਹਾਰ ਦੇ ਲੋਕ ਵੀ ਇੱਥੇ ਰਹਿ ਰਹੇ ਨੇ, ਪਰ ਕਾਫੀ ਵੱਡੀ ਗਿਣਤੀ 'ਚ ਪੰਜਾਬੀ ਰਹਿ ਰਹੇ ਨੇ। ਤੋ ਇਸ ਕਰਕੇ ਜਦੋਂ ਡਿਪਲੋਮੈਟਿਕ ਰਿਲੇਸ਼ਨ ਖਰਾਬ ਹੁੰਦੇ ਨੇ ਤੇ ਉਹਨਾਂ ਦੇ ਆਉਣ ਜਾਣ ਦੇ ਉੱਤੇ ਉਹਨਾਂ ਨੂੰ ਜਿਵੇਂ ਕਿਵੇਂ ਰਿਸੀਵ ਕੀਤਾ ਜਾਂਦਾ ਹੈ, ਏਅਰਪੋਰਟ ਤੇ ਉਹਨਾਂ ਦੀਆਂ ਮੁਸ਼ਕਲਾਂ ਥੋੜ੍ਹੀਆਂ ਬਹੁਤੀਆਂ ਵੱਧ ਸਕਦੀਆਂ ਨੇ। ਇਸ ਗੱਲੋਂ ਤਾਂ ਇਹ ਮਾੜੀ ਗੱਲ ਹੈ। ਲੇਕਿਨ ਜਿਹੜੇ ਪੰਜਾਬੀ ਇੱਥੇ ਵਸ ਰਹੇ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਆਏਗੀ, ਕਿਉਂਕਿ ਜਿਹੜੇ ਪੰਜਾਬੀ ਨੇ ਕੈਨੇਡਾ ਦੇ ਵਿੱਚ ਉਹ ਵੈਲ ਰਿਪਰੈਜ਼ੈਂਟਡ ਨੇ ਮਿਨਿਸਟਰੀਜ਼ ਵਿੱਚ। ਜਿਹੜੀ 2 ਜਗ੍ਹਾ ਇਹਨਾਂ ਦੀ ਕੰਸੈਂਟਰੇਸ਼ਨ ਹੈ, ਇੱਕ ਬ੍ਰਿਟਿਸ਼ ਕੋਲੰਬੀਆ ਸਰੀ ਜਿਸ ਲੋਕੇਟਡ ਹੈ, ਉੱਥੇ ਵੀ ਇਹਨਾਂ ਦੀ ਕਾਫੀ ਪ੍ਰੈਜ਼ੈਂਸ ਹੈ ਔਰ ਵੈਲ ਰਿਪਰੈਜ਼ੈਂਟਡ ਨੇ ਲੋਕਲ ਗਵਰਨਮੈਂਟ ਦੇ ਵਿੱਚ। ਔਰ ਇੰਟਾਰੀਓ ਕੈਨੇਡਾ ਦੇ ਖਾਸ ਆਸੇ-ਪਾਸੇ ਜਿਹੜਾ GTA ਦਾ ਏਰੀਆ, ਇੱਥੇ ਕਾਫੀ ਪੰਜਾਬੀ ਵਸਦੇ ਨੇ ਤੇ ਇੱਥੇ ਵੀ ਮਿਨਿਸਟਰੀ ਦੇ ਵਿੱਚ ਕਾਫੀ ਲੋਕ ਵੈਲ ਰਿਪਰੈਜ਼ੈਂਟਡ ਨੇ, ਮੈਂਬਰ ਪਾਰਲੀਮੈਂਟ ਵੀ ਨੇ। ਤੇ ਇਸ ਕਰਕੇ ਲੋਕਲ ਬੰਦਿਆਂ ਨੂੰ ਕੋਈ ਬਹੁਤੀ ਇੱਥੇ ਪ੍ਰੋਬਲਮ ਨਹੀਂ ਆਉਣ ਲੱਗੀ, ਨਹੀਂ ਆਏਗੀ। ਲੇਕਿਨ ਸਰ ਪੰਜਾਬ ਤੋਂ ਆਮ ਸੌਰੀ ਮੈਂ ਤੁਹਾਨੂੰ ਰੋਕਿਆ, ਮੈਂ ਚਾਹੁੰਦੀ ਕਿ ਇੱਕ ਪੱਖ ਤੁਸੀਂ ਨਾਲ ਲੈ ਲਓ ਜੀ ਕਿ ਪੰਜਾਬ ਤੋਂ ਜਿਹੜਾ ਇੰਨਾ ਵਿਦਿਆਰਥੀ ਜਾਂਦਾ ਹੈ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ, ਕੀ ਲੱਗਦਾ ਤੁਹਾਨੂੰ ਕਿ ਸਟੱਡੀ ਵੀਜ਼ਿਆਂ ਤੇ ਵੀ ਅਸਰ ਪਏਗਾ ਜੀ, ਬੰਦ ਹੋ ਸਕਦਾ ਹੈ ਸਿਸਟਮ? ਮੈਨੂੰ ਨਹੀਂ ਲੱਗਦਾ ਕਿ ਇਸ ਮੌਕੇ ਤੇ ਇਹ ਬੰਦ ਹੋਏਗਾ। ਉਹਦੇ 2 ਰੀਜ਼ਨ ਨੇ। ਇੱਕ ਰੀਜ਼ਨ ਹੈ ਕਿ ਪੰਜਾਬ ਤੋਂ, ਹਰਿਆਣੇ ਤੋਂ, ਹਿਮਾਚਲ ਪ੍ਰਦੇਸ਼ ਤੋਂ, ਜੰਮੂ ਕਸ਼ਮੀਰ ਤੋਂ ਇਹਨਾਂ ਇਲਾਕਿਆਂ 'ਚੋਂ ਕਾਫੀ ਸਟੂਡੈਂਟ ਕੈਨੇਡਾ 'ਚ ਆਉਣਾ ਚਾਹੁੰਦੇ ਨੇ ਔਰ ਕੈਨੇਡਾ ਜਿਹੜਾ ਹੈ ਉਹ ਲੋਕਾਂ ਨੂੰ ਆਪਰਚੁਨਿਟੀ ਦਿੰਦਾ ਹੈ ਕਿ ਉਹ ਇੱਥੇ ਸੈਟਲ ਵੀ ਹੋ ਸਕਣ। ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੁਜ਼ਗਾਰ ਦੀਆਂ ਸਮੱਸਿਆਵਾਂ ਨੇ ਵੱਧ ਰਹੀਆਂ ਨੇ, ਬੇਰੁਜ਼ਗਾਰੀ ਵੱਧ ਰਹੀ ਹੈ ਤੇ ਕੁਆਲਿਟੀ ਆਫ ਇੰਪਲੋਇਮੈਂਟ ਬੜੀ ਪੂਅਰ ਹੈ ਤੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਉਸ ਥਾਂ ਜਾਣਾ ਚਾਹੁੰਦੇ ਜਿੱਥੇ ਉਹ ਸੌਖੇ ਜਾ ਸਕਦੇ ਨੇ। ਇੱਕ ਰੀਜ਼ਨ ਤੇ ਇਹ ਹੈ। ਦੂਜਾ ਰੀਜ਼ਨ ਹੈ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਪੜ੍ਹਾਈ ਦਾ ਸਟੈਂਡਰਡ ਹੈ ਉਹ ਵੀ ਪੂਅਰ ਹੈ, ਕਾਫੀ ਖਰਾਬ ਹੋਇਆ ਹੈ ਔਰ ਇਸ ਕਰਕੇ ਕਾਫੀ ਜਿਹੜਾ ਖਾਸ ਕਰਕੇ ਪੰਜਾਬ ਵਿੱਚ ਨਸ਼ਿਆਂ ਕਰਕੇ ਵੀ ਕੁਝ ਫੈਮਿਲੀ ਜਿਹੜੀਆਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ। ਤੋ ਪੰਜਾਬ ਤੋਂ ਜਿਹੜੇ ਬਾਹਰ ਆਉਣਾ ਚਾਹੁੰਦੇ ਨੇ ਜਾਂ ਹਿੰਦੁਸਤਾਨ ਤੋਂ ਲੋਕ ਬਾਹਰ ਆਉਣਾ ਚਾਹੁੰਦੇ ਨੇ ਉਹ ਤਾਂ ਚਾਹੁਣਗੇ ਕਿ ਕੈਨੇਡਾ ਦੇ ਵਿੱਚ ਆ ਜਾਣ। ਦੂਜਾ, ਜਿੱਥੋਂ ਤੱਕ ਕੈਨੇਡਾ ਦਾ ਸਵਾਲ ਹੈ, ਕੈਨੇਡਾ ਵੀ 2 ਰੀਜ਼ਨਸ ਕਰਕੇ ਉਹਨਾਂ ਨੂੰ ਨਹੀਂ ਰੋਕੇਗਾ। ਪਹਿਲਾ ਰੀਜ਼ਨ ਹੈ ਕਿ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਇੱਥੇ ਇੰਡੀਅਨ ਸਟੂਡੈਂਟਸ ਪੜ੍ਹ ਰਹੇ ਨੇ ਤੇ ਕਾਫੀ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਖਾਸ ਕਰਕੇ ਕਾਲਜਸ ਨੇ, ਉਹਨਾਂ ਦੀ ਐਗਜ਼ਿਸਟੈਂਸ ਇਹਨਾਂ ਦੀ ਫੀਸ ਤੇ ਡਿਪੈਂਡੈਂਟ ਹੈ। ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਇੰਡੀਅਨ ਸਟੂਡੈਂਟਸ ਨੇ ਉਹਨਾਂ ਦੀ ਫੀਸ ਲੋਕਲ ਸਟੂਡੈਂਟਸ ਨਾਲੋਂ 4 ਗੁਣਾ ਹੁੰਦੀ ਆ ਕਾਲਜਾਂ ਦੇ ਵਿੱਚ। ਤਾਂ ਕਾਫੀ ਵੱਡੀ ਆਮਦਨ ਜਿਹੜੀ ਆ ਕੈਨੇਡਾ ਨੂੰ ਸਟੂਡੈਂਟਸ ਤੋਂ ਹੋ ਰਹੀ ਆ। ਦੂਸਰਾ ਕਿ ਕੈਨੇਡਾ ਦੇ ਵਿੱਚ ਜਦੋਂ ਬੱਚੇ ਆਉਂਦੇ ਨੇ ਤਾਂ ਉਹ 6 ਮਹੀਨਿਆਂ ਦੀ ਫੀਸ ਤੇ 6 ਮਹੀਨਿਆਂ ਦਾ ਲਿਵਿੰਗ ਐਕਸਪੈਂਡੀਚਰ ਨਾਲ ਲੈ ਕੇ ਆਉਂਦੇ ਨੇ। ਤੋ
ਮੇਰਾ ਅੰਦਾਜ਼ਾ ਇਹ ਆ ਕਿ 10 ਤੋਂ 15 ਲੱਖ ਰੁਪਈਆ ਨਾਲ ਲੈ ਕੇ ਤੁਰਦੇ ਨੇ, ਟਿਕਟ ਵੀ ਜੇ 'ਚ ਸ਼ਾਮਲ ਕਰ ਲਈ ਜਾਵੇ। ਤੇ ਉਹਦੇ ਨਾਲ ਜਿਹੜੀ ਇੱਥੋਂ ਦੀ ਏਅਰਲਾਈਨ ਹੈ ਏਅਰ ਕੈਨੇਡਾ, ਉਹ ਜਹਾਜ਼ ਭਰੇ ਹੋਏ ਆਉਂਦੇ ਨੇ। ਸੋ ਕੈਨੇਡਾ ਦਾ ਵੀ ਇੰਟਰਸਟ ਹੈ ਕਿ ਇਹਨਾਂ ਸਟੂਡੈਂਟਸ ਨੂੰ ਆਉਣ ਦਿੱਤਾ ਜਾਵੇ, ਤੇ ਹਿੰਦੁਸਤਾਨ ਦੇ ਵਿਦਿਆਰਥੀਆਂ ਦੇ ਲੋਕਾਂ ਦਾ ਵੀ ਇੰਟਰਸਟ ਆਉਣ ਦਿੱਤਾ ਜਾਵੇ। ਤੇ ਮੈਨੂੰ ਇਹੋ ਜਿਹੀ ਕੋਈ ਸੰਭਾਵਨਾ ਨਹੀਂ ਲੱਗਦੀ ਤੇ ਇਹ 'ਤੇ ਰੋਕ ਲੱਗੇਗੀ। ਲੇਕਿਨ ਦੋਵਾਂ ਮੁਲਕਾਂ ਦੇ ਵਿੱਚ ਬਿਆਨਬਾਜ਼ੀ ਜਿਹੜੀ ਆ ਉਹ ਚੱਲੇਗੀ, ਔਰ ਹਿੰਦੁਸਤਾਨ ਨੇ ਜਿਹੜਾ G20 ਦੇ ਵਿੱਚੋਂ ਫਾਇਦਾ ਲੈਣਾ ਸੀਗਾ ਕਿ ਸਾਡੇ ਨਾਲ ਵੱਡੇ ਮੁਲਕ ਨੇ, 20 ਮੁਲਕ ਨੇ, 21 ਮੁਲਕ ਸਾਡੇ ਨਾਲ ਨੇ, ਉਹ 'ਚ ਇੱਕ ਕੜੱਤਣ ਜ਼ਰੂਰ ਪੈਦਾ ਹੋ ਗਈ ਹੈ। ਤੇ ਇਹਦੇ ਨਾਲ ਜਿਹੜਾ ਜਸਟਿਨ ਟਰੂਡੋ ਹੈ ਔਰ ਕੈਨੇਡਾ ਦੀ ਸਰਕਾਰ ਹੈ, ਉਹ ਲਾਬੀਇੰਗ ਕਰਨ ਲੱਗ ਗਈ ਆ ਇੰਡੀਅਨ ਗਵਰਨਮੈਂਟ ਦੇ ਖਿਲਾਫ। ਔਰ ਇੱਕ ਦੂਜੇ ਦੇ ਡਿਪਲੋਮੇਟ ਜਿਹੜੇ ਇਹਨਾਂ ਨੇ ਕੱਢੇ ਨੇ, ਡਿਪਲੋਮੇਟ ਜਿਹੜੇ ਨੇ ਉਹ ਇੰਟੈਲੀਜੈਂਸ ਏਜੰਸੀਆਂ ਵਾਲੇ ਨੇ, ਇੱਥੋਂ IPS ਅਫਸਰ ਕੱਢਿਆ ਇਹਨਾਂ ਨੇ ਕੈਨੇਡਾ ਵਾਲਿਆਂ ਨੇ। ਇਸੇ ਤਰ੍ਹਾਂ ਕੈਨੇਡਾ ਵਾਲਿਆਂ ਨੇ ਜਿਹੜਾ ਕੈਨੇਡੀਅਨ ਡਿਪਲੋਮੈਟ ਕੱਢਿਆ, ਉਹ ਵੀ ਇੰਟੈਲੀਜੈਂਸ ਏਜੰਸੀ ਵਾਲਾ ਹੀ ਕੱਢਿਆ ਹੈਗਾ। ਤੋ ਇਹ ਥੋੜਾ ਬਹੁਤਾ ਵੱਧ ਸਕਦਾ ਹੈ, ਤਾਂ ਇਹ ਚਿੰਤਾ ਵਾਲੀ ਗੱਲ ਹੈ ਤੇ ਇਹਨੂੰ ਰੋਕਣਾ ਚਾਹੀਦਾ ਹੈ। ਜੀ, ਸੋ ਇਹ ਤੁਹਾਨੂੰ ਲੱਗਦਾ ਹੈ ਕਿ ਡਿਪਲੋਮੈਟਿਕ ਵਾਰ ਤੱਕ ਹੀ ਸੀਮਿਤ ਰਹੇਗਾ, ਹਜੇ ਸਿਵਿਲੀਅਨਸ ਨੂੰ ਕਿਸੇ ਤਰ੍ਹਾਂ ਦੇ ਨਾਲ ਹਰਾਸ਼ ਕੀਤਾ ਜਾਵੇ ਉਹ ਵਾਲੇ ਫੈਸਲੇ ਨਹੀਂ ਆਉਣਗੇ। ਔਰ ਖਾਸ ਤੌਰ ਤੇ ਕੈਨੇਡਾ ਦੀ GDP ਦਾ 2018 ਦੇ ਵਿੱਚ ਇੱਕ ਡਾਟਾ ਕਹਿੰਦਾ ਹੈ ਕਿ ਕੈਨੇਡਾ ਦੀ ਹੋਮ GDP ਦੇ ਵਿੱਚ $21 ਬਿਲੀਅਨ ਦੀ ਕੈਨੇਡੀਅਨ ਡਾਲਰ ਦੀ ਕੰਟਰੀਬਿਊਸ਼ਨ ਇੰਟਰਨੈਸ਼ਨਲ ਸਟੂਡੈਂਟਸ ਤੋਂ ਸੀ, ਔਰ ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ 40% ਇੰਡੀਅਨ ਹੀ ਹੁੰਦੇ ਨੇ। ਸਰ ਮੈਂ ਤੁਹਾਡਾ ਜੀ ਸਰ ਕੁਝ ਕਹਿਣਾ ਚਾਹ ਰਹੇ ਸੀ ਤੁਸੀਂ? ਜਿਹੜਾ ਕੈਨੇਡਾ ਦੀ ਇੱਕ ਹੋਰ ਪ੍ਰੋਬਲਮ ਹੈ, ਕੈਨੇਡਾ ਜਿਹੜਾ ਦੁਨੀਆ ਦਾ ਜਿਓਗ੍ਰਾਫਿਕਲੀ ਸੈਕੰਡ ਲਾਰਜੈਸਟ ਵੱਡਾ ਕੰਟਰੀ ਆ, ਤੇ ਇਹਨਾਂ ਦੀ ਆਬਾਦੀ ਜਿਹੜੀ ਹੈ ਉਹ ਪੰਜਾਬ ਤੋਂ ਥੋੜੀ ਜਿਹੀ ਵੱਧ ਹੈ। ਪੰਜਾਬ ਦੀ ਆਬਾਦੀ ਕੋਈ 3 ਕਰੋੜ ਦੇ ਆਸ-ਪਾਸ ਹੈ, ਇਹਨਾਂ ਦੀ ਆਬਾਦੀ 3.25 ਕਰੋੜ ਦੇ ਕਰੀਬ ਹੈ। ਸੋ ਇਹਨਾਂ ਨੂੰ ਵਰਕ ਫੋਰਸ ਚਾਹੀਦੀ ਹੈ ਆਪਣੇ ਰਿਸੋਰਸਿਸ ਨੂੰ ਵਰਤਣ ਵਾਸਤੇ। ਸੋ ਕੈਨੇਡਾ ਚਾਹੇਗਾ ਕਿ ਇਹਦੇ ਕੋਲ ਹਿੰਦੁਸਤਾਨ ਤੋਂ ਜਿਹੜੀ ਪੜ੍ਹੀ ਲਿਖੀ ਸਕਿਲਡ ਵਰਕ ਫੋਰਸ ਹੈ ਉਹ ਜ਼ਰੂਰ ਆਵੇ, ਕਿਉਂਕਿ ਇੱਥੋਂ ਦੀ ਜਿਹੜੀ ਵਰਕ ਫੋਰਸ ਹੈ ਉਹ ਘੱਟ ਵੇਜਿਸ ਤੇ ਘੱਟ ਸੈਲਰੀ ਤੇ ਕੰਮ ਕਰਨ ਨੂੰ ਤਿਆਰ ਹੈ। ਦੂਜਾ ਅਲਟਰਨੇਟਿਵ ਕੈਨੇਡਾ ਦੇ ਕੋਲ ਇਹ ਹੈ ਕਿ ਉਹ ਯੂਰਪ ਤੋਂ, ਖਾਸ ਕਰਕੇ ਯੂਕਰੇਨ ਤੋਂ, ਜਿਵੇਂ 1.5 ਲੱਖ ਇਹਨਾਂ ਨੇ ਸ਼ਰਨਾਰਥੀ ਮੰਗਾਏ ਨੇ, ਉਹਨਾਂ ਨੂੰ ਪੈਸੇ ਦੇਣੇ ਪੈ ਰਹੇ ਨੇ। 1,500 ਰੁਪਇਆ ਮਹੀਨੇ ਦਾ ਉਹਨਾਂ ਨੂੰ ਦੇ ਰਹੇ ਨੇ, ਔਰ ਸ਼ੈਲਟਰ, ਔਰ ਕਈਆਂ ਨੂੰ ਤਾਂ ਹੋਟਲ ਵਿੱਚ ਰੱਖ ਰਹੇ ਨੇ, ਤਾਂ ਉਹ ਮਹਿੰਗਾ ਪੈਂਦਾ ਹੈਗਾ। ਤਾਂ ਇੰਡੀਆ ਤੋਂ ਇਮੀਗ੍ਰੇਸ਼ਨ ਜਿਹੜੀ ਆ ਸਸਤੀ ਹੋਣ ਕਰਕੇ ਕੈਨੇਡਾ ਬੰਦ ਕਰਨ 'ਚ ਇੰਟਰਸਟਡ ਨਹੀਂ ਹੋਏਗਾ, ਤੇ ਇੰਡੀਆ ਤੋਂ ਲੋਕ ਆਉਣ ਵਾਲੇ ਜਿਹੜੇ ਨੇ ਉਹ ਜਾਰੀ ਰਹਿਣਾ ਚਾਹੁੰਗੇ। ਦੂਸਰੀ ਗੱਲ ਹੈ ਕਿ ਹਿੰਦੁਸਤਾਨ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਹੈ, ਜੇ ਤੁਸੀਂ ਇਹਨਾਂ ਦੀ ਡੀਪਲੀ ਪੜ੍ਹੋ ਐਜੂਕੇਸ਼ਨ ਪਾਲਿਸੀ, ਤਾਂ ਜਿਵੇਂ ਪੰਜਾਬ ਗੌਰਮੈਂਟ ਆ ਉਹ ਤਾਂ IELTS ਜਿਹੜੇ ਦੇ ਕੋਰਸ ਜਿਹੜੇ ਨੇ ਸਰਕਾਰੀ ਕਾਲਜਾਂ ਸਕੂਲਾਂ 'ਚ ਚਲਾਉਣਾ ਚਾਹੁੰਦੇ ਨੇ, ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ, ਤੇ ਕੈਨੇਡਾ ਉਹਨਾਂ ਨੂੰ ਮੰਗਾਉਣਾ ਚਾਹੁੰਦਾ ਹੈ। ਤਾਂ ਇਸ ਕਰਕੇ ਇਹਨੂੰ ਬੰਦ ਕਰਨਾ ਜਿਹੜਾ ਹੈ ਉਹ ਰੈਸ਼ਨਲ ਨਹੀਂ ਲੱਗਦਾ, ਤੇ ਨਾ ਹੀ ਇਹ ਪੋਸੀਬਲ ਹੈ। ਤਾਂ ਇਸ ਕਰਕੇ ਮੈਂ ਸਮਝਦਾ ਕਿ ਥ੍ਰੈਟ ਨਹੀਂ ਨਜ਼ਰ ਆਉਂਦੀ, ਔਰ ਇਹਨੂੰ ਥ੍ਰੈਟ ਦੇ ਵਿੱਚ ਕਨਵਰਟ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਜਿਹੜੇ ਸਾਡੇ ਡਿਪਲੋਮੈਟਿਕ ਸੋਰਸਿਸ ਨੇ ਉਹਨਾਂ ਨੂੰ ਕੋਸ਼ਿਸ਼ਾਂ ਜਾਰੀ ਕਰਕੇ ਇਸ ਟੈਨਸ਼ਨ ਨੂੰ ਜਿਹੜਾ ਘਟਾਉਣ ਵੱਲ ਜਾਣਾ ਚਾਹੀਦਾ ਹੈ। ਬਿਲਕੁਲ ਜੀ, ਕਿਉਂਕਿ G20 ਨੂੰ ਵੀ ਇੱਕ ਕਾਮਯਾਬੀ ਇਸੇ ਕਰਕੇ ਮੰਨਿਆ ਜਾਂਦਾ ਸੀ ਕਿ ਉਹਦੇ 'ਚ ਡਿਪਲੋਮੈਸੀ ਦੀ, ਕੂਟਨੀਤੀ ਦੀ ਕਾਮਯਾਬੀ ਹੈ। ਕੀ ਸਰ ਇੰਡੀਆ ਕੋ ਵੀ ਕੋਈ ਤਾਕਤ ਹੈ ਕਿ ਇੱਕ ਤਰ੍ਹਾਂ ਦੀ ਰੋਕ ਲਾ ਸਕਦਾ ਹੈ ਆਪਣੇ ਸਿਟੀਜ਼ਨਸ ਦੇ ਲਈ ਕਿ ਨਾਟ ਟੂ ਟਰੈਵਲ ਟੂ ਕੈਨੇਡਾ? ਨਹੀਂ, ਦੇਖੋ ਕੈਨੇਡਾ ਜਿਹੜਾ ਇੰਡੀਆ ਹੈ ਉਹ ਐਡਵਾਈਜ਼ਰੀ ਇਸ਼ੂ ਕਰ ਸਕਦਾ ਕਿ ਤੁਸੀਂ ਉੱਥੇ ਨਾ ਜਾਓ, ਜਿਵੇਂ ਆਮ ਤੌਰ ਤੇ ਮੁਲਕ ਕਰਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਹੋਵੇ। ਲੇਕਿਨ ਜਿਹੜੇ ਸਿਟੀਜ਼ਨ ਨੇ ਇੰਡੀਆ ਦੇ, ਜਿਨ੍ਹਾਂ ਦੇ ਘਰ-ਬਾਰ, ਜਾਇਦਾਦਾਂ, ਰਿਸ਼ਤੇਦਾਰ ਇੰਡੀਆ ਦੇ ਵਿੱਚ ਨੇ, ਉਹ ਤੇ ਆਉਣਾ ਚਾਹੁਣਗੇ, ਤੇ ਇਹ ਮੁਸ਼ਕਲ ਜਿਹੜੀ ਆ ਜ਼ਿਆਦਾ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ ਕੈਨੇਡੀਅਨ ਸਿਟੀਜ਼ਨ ਵਾਸਤੇ ਜਿਹੜੇ ਇੰਡੀਅਨ ਓਰੀਜਨ ਦੇ ਨੇ। ਜਿਹੜੇ ਕੈਨੇਡੀਅਨ ਜੰਮਪਲ ਲੋਕ ਨੇ, ਖਾਸ ਕਰਕੇ ਜਿਹੜੇ ਇੱਥੋਂ ਦੇ ਯੂਰਪ ਤੋਂ ਆ ਕੇ ਵਸੇ ਲੋਕ ਨੇ, ਉਹਨਾਂ ਦਾ ਤਾਂ ਦਿਲਚਸਪੀ ਜਿਹੜੀ ਆ ਬਹੁਤ ਘੱਟ ਹੁੰਦੀ ਹੈ। ਜੇ ਤੁਸੀਂ ਕੈਨੇਡਾ ਤੋਂ ਇੰਡੀਆ ਟਰੈਵਲ ਕੀਤਾ ਹੋਵੇ ਜਾਂ ਇੰਡੀਆ ਤੋਂ ਕੈਨੇਡਾ ਟਰੈਵਲ ਕੀਤਾ ਹੋਵੇ, ਤੁਹਾਨੂੰ ਪਤਾ ਲੱਗੇਗਾ ਕਿ ਜਹਾਜ਼ ਦੇ ਵਿੱਚ 90% ਸਵਾਰੀਆਂ ਇੰਡੀਅਨ ਓਰੀਜਨ ਦੀਆਂ ਹੁੰਦੀਆਂ ਨੇ। ਸੋ ਇਸ ਕਰਕੇ ਜਿਹੜੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਇੰਡੀਅਨ ਓਰੀਜਨ ਦੇ ਲੋਕਾਂ ਨਾਲ ਹੀ ਜ਼ਿਆਦਾ ਆ ਸਕਦੀ ਹੈ, ਉਹਦੀ ਸੰਭਾਵਨਾ ਹੈ। ਜਿਹੜੇ ਦੂਜੇ ਓਰੀਜਨ ਦੇ ਲੋਕ ਨੇ ਉਹਨਾਂ ਨੂੰ ਇੰਨੀਆਂ ਵੱਡੀਆਂ ਪ੍ਰੋਬਲਮ ਆਉਂਦੀਆਂ ਨਹੀਂ, ਜੇ ਬੰਦ ਵੀ ਕਰਦੇ ਜਾਂ ਰੋਕਾਂ ਵੀ ਲੱਗਦੀਆਂ ਨੇ। ਤੋ ਇਸ ਕਰਕੇ ਮੁਸ਼ਕਲਾਂ ਜਿਹੜੀਆਂ ਪੈਦਾ ਹੋਣ ਦੀ ਸੰਭਾਵਨਾ ਇਹੋ ਜਿਹੀ ਸਿਚੁਏਸ਼ਨ ਹੁੰਦੀ ਆ, ਉਹ ਇੰਡੀਅਨ ਓਰੀਜਨ ਦਾ ਜਿਹੜਾ ਇੰਡੀਅਨ ਡਾਇਸਪੋਰਾ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਵਾਸਤੇ ਹੋ ਸਕਦੀ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਇੰਡੀਆ ਦੀ ਜ਼ਿੰਮੇਵਾਰੀ ਜ਼ਿਆਦਾ ਹੈ ਕਿ ਇਹਨੂੰ ਟੈਨਸ਼ਨ ਨੂੰ ਜ਼ਿਆਦਾ ਬਿਲਡ ਨਾ ਹੋਣ ਦਿੱਤਾ ਜਾਵੇ। ਤੇ ਜਿਵੇਂ ਕੈਨੇਡਾ ਨੇ ਇਹ ਸ਼ੁਰੂ ਕੀਤਾ ਹੈ ਕਿ ਲੌਬੀਇੰਗ ਕਰਨ ਵਾਸਤੇ, ਜਿਹੜੇ G7 ਕੰਟਰੀ ਨੇ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ, ਪ੍ਰੈਜ਼ੀਡੈਂਟ ਨੇ, ਉਹਨਾਂ ਨਾਲ ਗੱਲਬਾਤ ਕਰ ਰਿਹਾ, ਇਸ ਤਰ੍ਹਾਂ ਇੰਡੀਆ ਨੂੰ ਵੀ
ਇਹਨਾਂ ਮੁਲਕਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਪ੍ਰਾਈਮ ਮਿਨਿਸਟਰ ਨੇ, ਉਹਨਾਂ ਨਾਲ ਗੱਲਬਾਤ ਕਰਕੇ ਡਿਪਲੋਮੈਟਿਕ ਚੈਨਲ ਯੂਜ਼ ਕਰਕੇ ਇਹ ਟੈਨਸ਼ਨ ਜਿਹੜੀ ਆ ਇਹਨੂੰ ਘਟਾਉਣਾ ਚਾਹੀਦਾ ਹੈ। ਔਰ ਜਿਹੜੀ ਟ੍ਰੇਡ ਵਾਲੇ ਡੈਲੀਗੇਸ਼ਨ ਬੰਦ ਕੀਤਾ ਹੈਗਾ ਕਿ ਅਸੀਂ ਬੰਦ ਕਰਨਾ ਚਾਹੁੰਦੇ ਹਾਂ, ਇਹ ਵੀ ਦੋਵਾਂ ਮੁਲਕਾਂ ਦੇ ਹਿੱਤ ਵਿੱਚ ਨਹੀਂ ਹੈ। ਮੈਂ ਟ੍ਰੇਡ ਵਾਲੇ ਇਸ਼ੂ ਤੇ ਵੀ ਆਵਾਂਗੀ ਸਰ, ਪਰ ਇਸ ਤੋਂ ਪਹਿਲਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪਿਓਰ ਰਾਜਨੀਤੀ ਹੋ ਰਹੀ ਹੈ ਜਾਂ ਇਹਦੇ ਪਿੱਛੇ ਕੋਈ ਬਹੁਤ ਵੱਡਾ ਆਧਾਰ ਹੈ? ਮੈਂ ਨਾਲ ਹੀ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹਾਂਗੀ, ਕਿਉਂਕਿ G7 ਕੰਟਰੀਜ਼ ਨੂੰ ਲੌਬਿੰਗ ਦੇ ਲਈ ਮੈਂ ਉਹਦੇ ਵਿੱਚ ਆ ਕੇ ਉਹਨਾਂ ਦਾ ਮਤਲਬ G7 ਕੰਟਰੀਜ਼ ਜਿਹੜੀਆਂ ਸੰਸਾਰ ਭਰ ਦੀਆਂ ਸਭ ਤੋਂ ਵੱਡੀਆਂ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਉਹਨਾਂ ਦੀ ਸਪੋਰਟ ਲੈਣ ਦੀ ਕਗਾਰ ਦੇ ਵਿੱਚ ਇਸ ਸਮੇਂ ਕੈਨੇਡਾ ਹੈਗਾ ਸਰ। ਇਹਦੇ ਵਿੱਚ ਹੀ ਰਸ਼ੀਆ ਵੀ ਆਉਂਦਾ ਹੈ ਜੀ, ਔਰ ਚਾਈਨਾ ਵੀ ਇੱਕ ਤਰ੍ਹਾਂ ਦੀ ਡਿਬੇਟ ਬਹੁਤ ਵੱਡੀ ਕੈਨੇਡਾ ਦੇ ਵਿੱਚ ਚੱਲਦੀ ਰਹੀ ਹੈ ਕਿ ਚਾਈਨਾ ਇੰਟਰਫੇਰੈਂਸ ਕਰ ਰਿਹਾ ਹੈ ਕੈਨੇਡਾ ਦੇ ਵਿੱਚ। ਸੋ ਇੱਥੇ ਤੁਸੀਂ ਕੈਨੇਡਾ ਦੀ ਪੋਲਿਟਿਕਸ ਨੂੰ, ਇਹਦੇ ਵਿੱਚ ਰਸ਼ੀਆ ਔਰ ਚਾਈਨਾ ਦੀ ਇੰਟਰਫੇਰੈਂਸ ਬਾਰੇ ਗੱਲ ਜਸਟਿਨ ਟਰੂਡੋ ਨੇ, ਪ੍ਰਧਾਨ ਮੰਤਰੀ ਕੈਨੇਡਾ ਨੇ, ਇੰਡੀਆ ਆ ਕੇ G20 ਸਮਿਟ ਦੀ ਮੀਡੀਆ ਨੂੰ ਸੰਬੋਧਨ ਹੋ ਕੇ ਕਿਹਾ ਵੀ ਹੈ ਕਿ ਹੋਰ ਵੀ ਦੇਸ਼ ਨੇ ਕੈਨੇਡਾ ਔਰ ਰਸ਼ੀਆ ਤੋਂ ਇਲਾਵਾ ਜੋ ਉਹਨਾਂ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੇਰੈਂਸ ਕਰ ਰਹੇ ਨੇ ਸਰ। ਇਸ ਸਿਨੈਰੀਓ ਨੂੰ ਵੀ ਨਾਲ ਸਮਝਾਉਣਾ ਪਲੀਜ਼। ਦੇਖੋ, ਜਿੱਥੋਂ ਤੱਕ ਇੱਥੇ ਕੈਨੇਡਾ ਦੇ ਨਿਊਜ਼ਪੇਪਰ ਨੇ ਜਾਂ ਨਿਊਜ਼ ਚੈਨਲ ਨੇ, ਉਹਨਾਂ 'ਚ ਰਸ਼ੀਆ ਬਾਰੇ ਜਿਹੜੀ ਗੱਲ ਕਹੀ ਜਾ ਰਹੀ ਆ ਉਹ ਯੂਕਰੇਨ ਵਾਰ ਨੂੰ ਲੈ ਕੇ ਕਹੀ ਜਾ ਰਹੀ ਆ। ਚਾਈਨਾ ਬਾਰੇ ਉਹ ਬਹੁਤੀ ਗੱਲਬਾਤ ਨਹੀਂ ਕਰਦੇ, ਕਿਉਂਕਿ ਜਿਵੇਂ ਹਿੰਦੁਸਤਾਨ ਚਾਈਨਾ ਦੇ ਉੱਤੇ ਬਹੁਤ ਡਿਪੈਂਡੈਂਟ ਹੈ ਇੰਪੋਰਟਸ ਵਾਸਤੇ। $1 ਬਿਲੀਅਨ ਤੋਂ ਜ਼ਿਆਦਾ ਦਾ ਚਾਈਨਾ ਨਾਲ ਸਾਡਾ ਵਪਾਰ ਹੈ। ਇਸ ਤਰ੍ਹਾਂ ਜਿਹੜਾ ਕੈਨੇਡਾ ਹੈ ਉਹ ਵੀ ਚਾਈਨਾ ਦੇ ਉੱਤੇ ਬਹੁਤ ਡਿਪੈਂਡੈਂਟ ਹੈ, ਖਾਸ ਕਰਕੇ ਜਿਹੜੇ ਚਿਪਸ ਨੇ, ਚਿਪਸ ਦੀ ਸਪਲਾਈ ਜਿਹੜੀ ਆ ਉਹ ਚਾਈਨਾ ਤੋਂ ਹੋ ਰਹੀ ਹੈ ਲਗਭਗ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਕਾਰਾਂ ਨੇ, ਇਲੈਕਟ੍ਰੋਨਿਕ ਦਾ ਸਮਾਨ ਹੈ, ਖਾਣ ਪੀਣ ਦਾ ਸਮਾਨ ਹੈ, ਪਹਿਨਣ ਦਾ ਸਮਾਨ ਹੈ ਵਗੈਰਾ, ਉਹ ਕਾਫੀ ਜ਼ਿਆਦਾ ਚਾਈਨਾ ਤੋਂ ਆ ਰਿਹਾ ਹੈਗਾ। ਤੇ ਇਸ ਕਰਕੇ ਇਸੇ ਸਰਕਲ ਦੇ ਵਿੱਚ ਚਾਈਨਾ ਬਾਰੇ ਬਹੁਤੀ ਕੰਟਰੋਵਰਸੀ ਨਹੀਂ ਹੈ। ਦੂਸਰਾ ਕਿ ਚਾਈਨੀਜ਼ ਸਿਟੀਜ਼ਨ ਜਿਹੜੇ ਕੈਨੇਡਾ ਦੇ ਵਿੱਚ ਨੇ, ਉਹ ਜਿਵੇਂ ਇੰਡੀਅਨ ਖਾਲਿਸਤਾਨੀ ਜਿਹੜੇ ਰੌਲਾ ਪਾ ਰਹੇ ਨੇ, ਉਹ ਇੱਥੇ ਕਿਸੇ ਕਿਸਮ ਦੀ ਰੌਲੇ ਗੌਲੇ ਵਾਲੀ ਗੱਲ ਨਹੀਂ ਕਰਦੇ। ਇਸ ਕਰਕੇ ਚਾਈਨਾ ਬਾਰੇ ਨਹੀਂ ਗੱਲ ਹੈ। ਇਸੇ ਤਰ੍ਹਾਂ ਰਸ਼ੀਆ ਬਾਰੇ ਜਿਹੜੀ ਇੰਟਰਨਲ ਇੰਟਰਫੀਅਰੈਂਸ ਬਾਰੇ ਕੋਈ ਇੱਦਾਂ ਦੀ ਗੱਲ ਨਹੀਂ, ਕਿਉਂਕਿ ਰਸ਼ੀਅਨ ਆਬਾਦੀ ਇੱਥੇ ਉਸ ਤਰ੍ਹਾਂ ਆਰਗੇਨਾਈਜ਼ ਨਹੀਂ ਹੈ। ਸੋ ਰਸ਼ੀਆ ਨਾਲ ਜਿਹੜੀ ਕਨਫਲਿਕਟ ਹੈ ਉਹ ਯੂਕਰੇਨ ਵਾਰ ਕਰਕੇ ਹੈ, ਔਰ ਯੂਕਰੇਨ ਵਾਰ ਦੇ ਵਿੱਚ ਜਿਹੜਾ ਕੈਨੇਡਾ ਹੈ ਉਹ ਨੈਟੋ ਦੇ ਨਾਲ ਹੈ। ਤੋ ਉਹਦੀ ਉੱਥੋਂ ਦੀ ਪ੍ਰੋਬਲਮ ਇਸ ਤਰ੍ਹਾਂ ਦੀ ਹੈ। ਲੇਕਿਨ ਇੰਡੀਆ ਨੈਟੋ ਦਾ ਮੈਂਬਰ ਨਹੀਂ ਹੈ, ਇਸ ਕਰਕੇ ਇੰਡੀਆ ਜਿਹੜਾ ਹੈ ਉਹਦੇ ਨਾਲ ਰਸ਼ੀਆ ਜਿਹੜਾ ਕੈਨੇਡਾ ਦੀ ਪ੍ਰੋਬਲਮ ਹੈ ਉਸ ਤਰ੍ਹਾਂ ਦੀ ਡੀਪ ਰੂਟਡ ਨਹੀਂ ਹੈ, ਇੱਕ ਐਨਿਮਿਟੀ ਵਾਲੀ ਨਹੀਂ ਹੈ। ਇਹ ਪ੍ਰੋਬਲਮ ਮੈਨੇਜੇਬਲ ਹੈ, ਮੈਨੇਜ ਕੀਤੀ ਜਾ ਸਕਦੀ ਹੈ। ਜਿੱਥੋਂ ਤੱਕ ਟ੍ਰੇਡ ਡੈਲੀਗੇਸ਼ਨ ਜਿਹੜਾ ਬੰਬੇ ਆਉਣਾ ਸੀਗਾ ਉਹ ਕੈਨੇਡਾ ਨੇ ਰੱਦ ਕੀਤਾ ਹੈ। ਉਹ ਮੌਜੂਦਾ ਜਿਹੜੀ ਟੈਨਸ਼ਨ ਵਾਲੀ ਸਿਚੁਏਸ਼ਨ ਹੈ, ਜਿਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ, ਕੈਨੇਡੀਅਨ ਕੁਝ ਸਿਟੀਜ਼ਨ ਜਿਹੜੇ ਨੇ, ਇੱਥੇ ਆਣ ਕੇ ਵਸੇ ਹੋਏ ਲੋਕ ਨੇ, ਸ਼ਹਿਰੀ ਨੇ, ਉਹਨਾਂ ਨੂੰ ਮਾਰ ਰਹੇ ਨੇ। ਤੋ ਇਸ ਕਰਕੇ ਉਹਨਾਂ ਨੇ ਡਿਪਲੋਮੈਟ ਇੱਧਰ ਉੱਧਰ ਕੱਢੇ ਨੇ। ਤੋ ਇਸ ਕਰਕੇ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਹੈ ਇਹਨੂੰ ਸੁਲਝਾਉਣ ਵੱਲ ਜਾਣਾ ਚਾਹੀਦਾ ਹੈ, ਔਰ ਸੁਲਝਾਇਆ ਜਾ ਸਕਦਾ ਹੈ। ਐਡਾ ਵੱਡਾ ਮਸਲਾ ਨਹੀਂ ਹੈ। ਜਿੱਥੋਂ ਤੱਕ ਜਿਹੜੀ ਸਿਟੀਜ਼ਨਸ ਦੀ ਸਿਕਿਉਰਿਟੀ ਦਾ ਸਵਾਲ ਹੈ, ਕਿਸੇ ਮੁਲਕ ਦੇ ਵਿੱਚ ਵੀ, ਇੰਡੀਆ ਦੇ ਵਿੱਚ ਇੰਡੀਅਨ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਕੈਨੇਡਾ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਜੇ ਕੋਈ ਬਾਹਰ ਦੀ ਏਜੰਸੀ ਆਣ ਕੇ ਇੱਥੇ ਆਪਰੇਟ ਕਰਦੀ ਹੈ ਤਾਂ ਚਿੰਤਾ ਦਾ ਵਿਸ਼ਾ ਹੋ ਜਾਂਦਾ। ਤੇ ਕੈਨੇਡਾ 'ਚ ਰੌਲਾ ਜ਼ਿਆਦਾ ਇਸ ਗੱਲ ਦਾ ਪੈਂਦਾ ਹੈਗਾ। ਕੈਨੇਡਾ ਜਿਹੜਾ ਆ ਉਹ 'ਚ ਫਰੀਡਮ ਦਾ ਲੈਵਲ ਜਿਹੜਾ ਹੈ ਇੰਡੀਆ ਨਾਲੋਂ ਕਿਤੇ ਜ਼ਿਆਦਾ ਹੈਗਾ। ਤੇ ਇਸ ਕਰਕੇ ਸਿਟੀਜ਼ਨ ਰਾਈਟਸ ਵਾਸਤੇ ਲੋਕੀ ਚੇਤਨ ਵੀ ਬਹੁਤ ਜ਼ਿਆਦਾ ਨੇ। ਜਿਵੇਂ ਇੰਡੀਆ 'ਚ ਚੇਤਨ ਘੱਟ ਨੇ, ਇੱਥੇ ਬਹੁਤ ਜ਼ਿਆਦਾ ਚੇਤਨ ਨੇ। ਤੇ ਇਹ ਜਿਹੜੀਆਂ ਇੱਕ ਦੂਜੇ ਦੀਆਂ ਸਮੱਸਿਆਵਾਂ ਨੇ, ਇੱਕ ਦੂਜੇ ਦੀਆਂ ਪ੍ਰੋਬਲਮ ਨੇ, ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਜਿਹੜਾ ਇੰਟਰਨੈਸ਼ਨਲ ਪੀਸ ਔਰ ਜਿਹੜੀ G20 ਦੀ ਕਾਮਯਾਬੀ ਦੇ ਐਂਗਲ ਤੋਂ ਦੇਖਦਿਆਂ ਹੋਇਆਂ ਮੈਂ ਸਮਝਦਾ ਕਿ ਇਸ ਮਸਲੇ ਨੂੰ ਮੈਨੇਜ ਕੀਤਾ ਜਾ ਸਕਦਾ ਹੈ ਔਰ ਇਹਨੂੰ ਰੋਕਿਆ ਜਾ ਸਕਦਾ। ਔਰ ਮੈਨੂੰ ਆਸ ਵੀ ਹੈ ਕਿ ਅਮਰੀਕਾ ਇਹਨੂੰ ਰੋਕਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਅਮਰੀਕਾ ਦਾ ਇੰਟਰਸਟ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਵਿਵਾਦ ਹੈ ਉਹ ਕੈਨੇਡਾ ਔਰ ਇੰਡੀਆ ਦੇ ਵਿੱਚ ਬਹੁਤਾ ਨਾ ਵਧੇ, ਕਿਉਂਕਿ ਉਹ ਇੰਡੀਆ ਨੂੰ ਆਪਣੀ ਸਾਈਡ ਤੇ ਕਰਨਾ ਚਾਹੁੰਦੇ ਨੇ। ਔਰ G20 ਦੇ ਵਿੱਚ ਐਫਰਟ ਵੀ ਇਦਾਂ ਦੀ ਹੋਈ ਹੈ ਕਿ ਇੰਡੀਆ ਨੂੰ ਆਪਣੀ ਤਰਫ ਲਿਜਾ ਸਕਣ। ਇੰਡੀਆ ਨੂੰ ਹਜੇ ਵੀ ਫਾਇਦਾ ਮਿਲ ਰਿਹਾ ਹੈਗਾ ਕਿ ਜਿਹੜੀ ਨਾਨ ਅਲਾਈਨਮੈਂਟ ਵਾਲੀ ਪੋਜੀਸ਼ਨ ਹੈ ਉਹਦੇ ਕਰਕੇ ਮੈਨੂੰ ਲੱਗਦਾ ਹੈਗਾ। ਸਰ ਮੈਂ ਇੱਕ ਮੈਨੂੰ ਲੱਗਦਾ ਕਿ ਜਿਹੜੇ ਨੈਰੀਵੀਅਨ ਪਾਲਿਸੀ ਸੀਗੀ ਕਿ ਜੇ ਗਲੋਬਲ ਲੈਵਲ ਤੇ 2 ਬਲਾਕ ਆਪਰੇਟ ਕਰਦੇ ਨੇ, ਤੇ ਜੇ ਤੁਸੀਂ ਕਿਸੇ ਵੀ ਧੜੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਤੁਸੀਂ ਮਨੂਵਰ ਕਰ ਸਕਦੇ ਜੇ, ਆਪਣੀ ਲੋੜ ਅਨੁਸਾਰ ਰਿਸ਼ਤੇ ਬਣਾ ਸਕਦੇ ਜੇ, ਆਪਣੀ ਲੋੜ ਅਨੁਸਾਰ ਇੱਕ ਦੂਜੇ ਤੋਂ ਮਦਦ ਲੈ ਸਕਦੇ ਜੇ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਇੰਡਸਟਰੀਲਾਈਜੇਸ਼ਨ ਦਾ ਪ੍ਰੋਸੈਸ ਹੈ ਉਹ 'ਚ ਇਸ ਜਿਹੜੀ ਕਨਫਲਿਕਟ ਸੀਗੀ ਜਿਹੜੀ
ਕੋਲਡ ਵਾਰ ਸੀਗੀ ਉਹਦਾ ਹਿੰਦੁਸਤਾਨ ਨੇ ਫਾਇਦਾ ਲਿਆ। ਫਸਟ ਰਾਊਂਡ ਦੇ ਵਿੱਚ ਰਸ਼ੀਆ ਨੇ ਸਾਨੂੰ ਸਟੀਲ ਪਲਾਂਟ ਲਾਉਣ ਵਾਸਤੇ ਟੈਕਨੋਲੋਜੀ ਦਿੱਤੀ, ਪੈਸੇ ਵੀ ਦਿੱਤੇ। ਇਹਦੇ ਬਦਲੇ ਗ੍ਰੇਟ ਬਰਤਾਨੀਆ ਨੇ ਤੇ ਜਰਮਨੀ ਨੇ ਸਾਨੂੰ ਸਟੀਲ ਪਲਾਂਟ ਲਾਉਣ ਦੇ ਮਦਦ ਕੀਤੀ। ਸੋ ਹੌਲੀ ਹੌਲੀ ਅਮਰੀਕਾ ਵੀ ਇਸ ਪਾਸੇ ਨੂੰ ਤੁਰ ਪਿਆ। ਸੋ ਇੰਡੀਆ ਨੂੰ ਫਾਇਦਾ ਰਿਹਾ। ਅਲਟੀਮੇਟਲੀ ਜਿਹੜੀ ਇੰਡਸ ਵਾਟਰ ਟਰੀਟੀ ਆ 1960 ਵਿੱਚ ਹੋਈ, ਉਹ ਵਰਲਡ ਬੈਂਕ ਦੀ ਵਿਚੋਲਗੀ ਨਾਲ ਹੋਈ, ਜਿਸ 'ਚ ਅਮਰੀਕਾ ਨੇ ਬਹੁਤ ਪੋਜ਼ਿਟਿਵ ਰੋਲ ਪਲੇ ਕੀਤਾ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਨੌਨ ਅਲਾਈਨਡ ਪੋਲਿਸੀ ਹੈ ਉਹ ਤੁਹਾਨੂੰ ਹਮੇਸ਼ਾ ਇਹ ਕਰਦੀ ਹੈ। ਤੇ ਮੈਂ ਸਮਝਦਾ ਕਿ ਮੋਦੀ ਗਵਰਨਮੈਂਟ ਨੇ ਠੀਕ ਕੀਤਾ ਕਿ ਜਿਹੜੀ ਨਰੂਵੀਅਨ ਪਾਲਿਸੀ ਆ ਨੌਨ ਅਲਾਈਨਮੈਂਟ ਦੀ, ਉੱਤੇ ਫੁੱਲ ਚੜਾਏ ਨੇ ਤੇ ਉਹਦਾ ਫਾਇਦਾ ਵੀ ਉਠਾਇਆ। ਔਰ ਰਸ਼ੀਆ ਤੋਂ ਤੇਲ ਇੰਪੋਰਟ ਕਰਕੇ ਅਸੀਂ ਨਾਟ ਓਨਲੀ ਹਿੰਦੁਸਤਾਨ ਦੇ ਸ਼ਹਿਰੀਆਂ ਨੂੰ ਵੇਚ ਰਹੇ ਹਾਂ, ਬਟ ਬਾਕੀ ਯੂਰਪ ਨੂੰ ਵੀ ਵੇਚ ਰਹੇ ਹਾਂ। ਇੰਡੀਆ ਦਾ ਫਾਇਦਾ ਉਠਾ ਰਿਹਾ ਹੈਗਾ। ਤਾਂ ਮੈਂ ਸਮਝਦਾ ਕਿ ਹਿੰਦੁਸਤਾਨ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਰਨਾ ਹੈਗਾ, ਤੇ ਡਿਪਲੋਮੈਟਿਕ ਸਰਕਲ ਜਿਹੜੇ ਨੇ ਸਰਗਰਮ ਹੋ ਗਏ ਹੋਣਗੇ ਬਾਈ ਦਿਸ ਟਾਈਮ। ਔਰ ਇਹ ਦੋਵਾਂ ਮੁਲਕਾਂ ਦੇ ਇੰਟਰਸਟ ਨੂੰ ਧਿਆਨ 'ਚ ਰੱਖਦਿਆਂ ਹੋਇਆ ਜ਼ਰੂਰ ਇਹਦੇ ਤੇ ਕੁਛ ਨਾ ਕੁਛ ਅਗਲੀ ਯੋਗ ਕਾਰਵਾਈ ਕਰਨਗੇ। ਮਤਲਬ ਕਿ ਨੈਰੂਵੀਅਨ ਸਪਿਰਿਟ ਜਿਹੜੀ ਹੈਗੀ ਆ, ਜਿਹਦੇ ਨੌਨ ਅਲਾਈਨਮੈਂਟ ਪਾਲਿਸੀ ਜਿਹੜੀ ਉਹਦੇ ਅੰਦਰ ਬਣੀ ਹੋਈ ਆ, ਉਹਦੇ ਵਿੱਚ ਇੰਡੀਆ ਪੰਗੇ ਨਹੀਂ ਲੈਂਦਾ, ਇੰਡੀਆ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦਾ। ਇਸੇ ਉਮੀਦ ਦੇ ਵਿੱਚ ਤੁਸੀਂ ਇਹ ਗੱਲ ਕਹੀ ਹੈ ਕਿ ਡਿਪਲੋਮੈਟਿਕ ਚੈਨਲਸ ਜਿਹੜੇ ਨੇ ਉਹ ਐਕਟਿਵ ਹੋ ਕੇ ਕੰਮ ਕਰਨਾ ਸ਼ੁਰੂ ਹੋ ਗਏ ਹੋਣੇ। ਸਰ ਆਖਰੀ ਸਵਾਲ ਇਸ ਮਸਲੇ ਤੇ ਮਨਵੀਰ, ਇਹਦੇ ਤੇ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਹਰ ਮਸਲੇ ਦਾ ਹੱਲ ਲੜਾਈ ਨਹੀਂ ਹੁੰਦੀ। ਲੜਾਈ ਵੀ ਹੋ ਜਾਏ ਤੇ ਉਹ ਮਸਲਾ ਜਿਹੜਾ ਹੈ ਤੁਸੀਂ ਗੱਲਬਾਤ ਨਾਲ ਹੱਲ ਕਰਦੇ ਜੇ। ਤੇ ਇਸ ਕਰਕੇ ਡਿਪਲੋਮੈਟਿਕ ਚੈਨਲ ਜਿਹੜੇ ਨੇ ਇਸ ਕੰਮ ਵਾਸਤੇ ਬਹੁਤ ਕਾਰਗਰ ਸਿੱਧ ਹੁੰਦੇ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਨਾ ਹਿੰਦੁਸਤਾਨ ਲੜਾਈ ਚਾਹੁੰਦਾ, ਨਾ ਕੈਨੇਡਾ ਲੜਾਈ ਚਾਹੁੰਦਾ ਹੈਗਾ। ਤੇ ਇਸ ਕਰਕੇ ਮੈਂ ਆਸਵੰਦ ਹਾਂ ਕਿ ਇਹ ਡਿਪਲੋਮੈਟਿਕ ਚੈਨਲ ਜਿਹੜੇ ਨੇ ਇਹਨੂੰ ਇਸ ਪ੍ਰੋਬਲਮ ਨੂੰ ਮੈਨੇਜ ਜ਼ਰੂਰ ਕਰ ਲੈਣਗੇ। ਜੀ ਸਰ, ਅਗਰ ਇਹ ਪਿਓਰਲੀ ਪੋਲੀਟੀਕਲ ਮੋਟਿਵਸ ਨੂੰ ਧਿਆਨ 'ਚ ਰੱਖ ਕੇ ਮਸਲਾ ਉਭਾਰਿਆ ਗਿਆ ਹੈ, ਕਿਉਂਕਿ ਇੱਕ ਪਾਸੇ ਤਾਂ ਉਹ ਐਲੀਮੈਂਟ ਹੈ ਕੈਨੇਡਾ ਦੇ ਵਿੱਚ ਜੋ ਜਿਨ੍ਹਾਂ ਨੂੰ ਆਪਾਂ ਖਾਲਿਸਤਾਨੀ ਕਹਿ ਦਿੰਦੇ ਹਾਂ, ਵੀ ਉਹ ਸ਼ਹੀਦਾਂ ਦੀ ਤਲਾਸ਼ ਦੇ ਵਿੱਚ ਨੇ, ਔਰ ਦੂਸਰੇ ਪਾਸੇ ਇੰਡੀਆ ਦੇ ਵਿੱਚ ਵੀ ਹਿੰਦੂਤਵੀ ਐਲੀਮੈਂਟ ਬਹੁਤ ਵੱਡਾ ਹੈ ਜੀ, ਜਿਹੜਾ ਇਸ ਤਲਾਸ਼ 'ਚ ਹੈ ਕਿ ਮੋਦੀ ਜੀ ਨੇ ਕਰ ਦਿਖਾਇਆ। ਸੋ ਦੋਨੋਂ ਪਾਸੇ ਹੀ ਪ੍ਰੋਫਿਟ ਜਿਹੜਾ ਹੈਗਾ ਮੈਨੂੰ ਲੱਗਦਾ ਵੋਟਾਂ ਦਾ ਹੋ ਜਾਏਗਾ। ਮੇਰੀ ਛੋਟੀ ਜੀ ਥਿਊਰੀ ਸੀਗੀ ਸਰ, ਹੋ ਸਕਦਾ ਤੁਸੀਂ ਸਹਿਮਤ ਨਾ ਹੋ ਇਸ ਚੀਜ਼ ਦੇ ਨਾਲ, ਪਰ ਮੈਂ ਆਖਰੀ ਸਵਾਲ ਇਸ ਮਸਲੇ ਦਾ ਤੁਹਾਨੂੰ ਪੁੱਛ ਰਹੀ ਹਾਂ ਕਿ ਕੈਨੇਡਾ ਤੇ ਇੰਡੀਆ ਦੇ ਵਿੱਚ ਜਿਹੜਾ ਵਪਾਰ ਦਾ ਸਮਝੌਤਾ ਸੀ ਇੱਕ ਹੋਣਾ, ਫ੍ਰੀ ਟ੍ਰੇਡ ਦਾ, ਜਿਹੜਾ ਹੁਣ ਰੁਕ ਚੁੱਕਾ, ਉਹਦੇ ਤੇ ਗੱਲਬਾਤ, ਉਹ ਸਮਝੌਤਾ ਕੀ ਸੀਗਾ ਜੀ? ਉਹਦੇ ਚੋਂ ਕੀ ਫਾਇਦੇ ਮਿਲਣ ਵਾਲੇ ਸੀ ਔਰ ਕਿਉਂ ਜ਼ਰੂਰੀ ਹੈਗਾ, ਜਾਂ ਜੇ ਉਹ ਰੁਕਿਆ ਹੈਗਾ ਤਾਂ ਉਹਦਾ ਨੁਕਸਾਨ ਕੀ ਹੈ ਜੀ ਸਾਨੂੰ, ਪਲੀਜ਼। ਤੇ ਪਹਿਲੀ ਗੱਲ ਤਾਂ ਮਨਵੀਰ, ਜਿਹੜਾ ਹਿੰਦੁਸਤਾਨ ਹੈ, ਇੰਡੀਆ ਜਾਂ ਭਾਰਤ ਜਿਹਨੂੰ ਕਹਿ ਦਿੰਦੇ ਆ, ਉਹ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਹੈ। ਕੈਨੇਡਾ ਵੀ ਮੈਂਬਰ ਹੈ। ਤੇ ਬਾਈ ਐਂਡ ਲਾਰਜ ਉਹਦੇ ਰੂਲਸ ਦੇ ਮੁਤਾਬਕ ਟ੍ਰੇਡ ਹੋ ਰਿਹਾ ਹੈਗਾ। ਉਹਦੇ ਵਿੱਚ ਕੁਝ ਸਮੱਸਿਆਵਾਂ ਨੇ। ਇੱਕ ਸਮੱਸਿਆ ਜਿਹੜੀ ਆ ਦੋਹਾ ਰਾਊਂਡ ਦੀ ਹੈ, ਜਿਹੜਾ ਕਿ ਐਗਰੀਕਲਚਰ ਦੇ ਵਪਾਰ ਨੂੰ ਲੈ ਕੇ ਵਿਕਸਿਤ ਦੇਸ਼ਾਂ ਦੇ ਵਿੱਚ ਇੱਕ ਪਾਸੇ, ਦੂਜਾ ਇੰਡੀਆ, ਚਾਈਨਾ ਤੇ ਡਿਵੈਲਪਿੰਗ ਕੰਟਰੀ ਦੇ ਵਿੱਚ ਝਗੜਾ ਚੱਲ ਰਿਹਾ ਕਿ ਇਹ ਜਿਹੜਾ ਵਪਾਰ ਹੈ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਵੇ। ਜਿਹੜੇ ਐਡਵਾਂਸਡ ਮੁਲਕ ਨੇ ਉਹ ਕਹਿੰਦੇ ਨੇ ਪਬਲਿਕ ਪ੍ਰੋਕਿਉਰਮੈਂਟ ਜਿਹੜੀ ਅਸੀਂ ਅਨਾਜ ਦੀ ਕਰਦੇ ਹਾਂ, ਔਰ ਲਗਭਗ ਅਸੀਂ ਕਾਫੀ ਵੱਡਾ ਐਸਾ ਅਨਾਜ ਦਾ ਜਿਹੜਾ 50 ਮਿਲੀਅਨ 60 ਮਿਲੀਅਨ ਟਨ ਜਿਹੜਾ ਉਹ ਪਬਲਿਕ ਏਜੰਸੀ ਪ੍ਰੋਕਿਉਰ ਕਰਦੀ ਆ। ਜਿਹੜੇ ਐਡਵਾਂਸਡ ਮੁਲਕ ਨੇ ਉਹ ਕਹਿੰਦੇ ਤੁਸੀਂ ਜਿਹੜੀ ਤੁਹਾਡੀ ਫੂਡ ਸਿਕਿਉਰਿਟੀ ਵਾਸਤੇ ਚਾਹੀਦਾ 20 ਮਿਲੀਅਨ ਟਨ, ਉਹ ਪ੍ਰੋਕਿਉਰ ਕਰੋ। ਔਰ ਉਹਦੇ ਇਵਜ ਦੇ ਵਿੱਚ ਜਿਹੜੇ ਐਡਵਾਂਸਡ ਮੁਲਕ ਨੇ ਜਿਹੜੀਆਂ ਐਗਰੀਕਲਚਰ ਪ੍ਰੋਡਕਟਸ ਹਿੰਦੁਸਤਾਨ ਦੇ ਵਿੱਚ ਭੇਜਣਾ ਚਾਹੁੰਦੇ ਨੇ, ਉਹਨਾਂ ਤੇ ਡਿਊਟੀ ਘੱਟ ਕਰੋ। ਤੇ ਇਸ ਕਰਕੇ ਇਹ ਝਗੜਾ ਚੱਲ ਰਿਹਾ ਹੈਗਾ। ਤੇ ਅਮਰੀਕਾ ਨਾਲ ਅਸੀਂ ਇਹ ਰਿਜ਼ੋਲਵ ਕਰ ਲਿਆ ਹੈਗਾ। ਅਮਰੀਕਾ ਤੋਂ ਹੁਣ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਮੀਟ ਹੈ, ਦੁੱਧ ਹੈ, ਫਲ ਨੇ, ਸਬਜ਼ੀਆਂ ਨੇ, ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਦੇ ਤੇ ਅਸੀਂ ਡਿਊਟੀ ਕਾਫੀ ਘਟਾਤੀ ਆ। ਇਹ G20 ਦੇ ਵਿੱਚ ਹੀ ਹੁਣੇ ਹੋਇਆ ਹੈ ਕਿ ਕਾਫੀ ਖਬਰਾਂ ਆਈਆਂ ਨੇ। ਇਹੀ ਗੱਲ ਕੈਨੇਡਾ ਨਾਲ ਹੋਣੀ ਆ। ਕੈਨੇਡਾ ਦੇ ਵਿੱਚ ਐਗਰੀਕਲਚਰ ਪ੍ਰੋਡਕਟ ਸਰਪਲਸ ਨੇ, ਜਿਵੇਂ ਇੱਥੋਂ ਦਾਲਾਂ ਕਾਫੀ ਹਿੰਦੁਸਤਾਨ ਦੇ ਵਿੱਚ ਆਉਂਦੀਆਂ ਨੇ, ਇੱਥੋਂ ਜਿਹੜਾ ਹੈਗਾ ਮੋਟਾ ਤੇਲ ਆ ਸਕਦਾ ਹੈਗਾ ਕਾਫੀ ਲਾਰਜ ਕੁਆਂਟਿਟੀ ਦੇ ਵਿੱਚ, ਹੋਰ ਐਗਰੀਕਲਚਰ ਪ੍ਰੋਡਕਟਸ ਇੱਥੋਂ ਭੇਜੀਆਂ ਜਾ ਸਕਦੀਆਂ ਨੇ। ਇਹ ਉਸੇ ਦੀ ਲੜੀ ਵਿੱਚ ਹੀ ਗੱਲਬਾਤ ਚੱਲਣੀ ਸੀ ਅੱਗੇ। ਜਿਵੇਂ ਅਮਰੀਕਾ ਨੇ ਸਾਲਵ ਕੀਤਾ ਹੈਗਾ, ਉੱਦਾਂ ਕੈਨੇਡਾ ਵੀ ਇਸ ਗੱਲ ਨੂੰ ਇੰਡੀਆ ਨਾਲ ਰਿਜ਼ੋਲਵ ਕਰਨਾ ਚਾਹੁੰਦਾ ਸੀਗਾ। ਤੇ ਮੈਂ ਸਮਝਦਾ ਕਿ ਇਹ ਜਿਹੜੀ ਗੱਲਬਾਤ ਹੈ ਉਹ ਪੋਸਟਪੋਨ ਹੋਈ ਹੈ। ਜਿਹੜਾ ਡੈਲੀਗੇਸ਼ਨ ਆਉਣਾ ਸੀ ਬੰਬੇ ਦੇ ਵਿੱਚ, ਉਹ ਹੁਣ ਨਹੀਂ ਆਏਗਾ, ਸਸਪੈਂਡ ਕੀਤਾ ਗਿਆ। ਇਹਨੂੰ ਸਕ੍ਰੈਪ ਨਹੀਂ ਕੀਤਾ ਗਿਆ, ਇਹਨੂੰ ਖਤਮ ਨਹੀਂ ਕੀਤਾ ਗਿਆ। ਤੇ ਇਹਨੂੰ ਕੁਝ ਦੇਰ ਬਾਅਦ ਡਿਪਲੋਮੈਟਿਕ ਚੈਨਲ ਨਾਲ ਜਦੋਂ ਦੋਵਾਂ ਮੁਲਕਾਂ ਦੇ ਵਿੱਚ ਵਾਰ ਆਫ ਵਰਡਸ ਜਿਹੜੀ ਆ ਉਹ ਮੁੱਕ ਜਾਂਦੀ ਆ, ਤਾਂ ਫਿਰ ਮੁੜ ਕੇ ਇਹ ਜਿਹੜੇ ਚੈਨਲ ਨੇ ਸ਼ੁਰੂ ਹੋ ਜਾਣਗੇ
ਔਰ ਇਹ WTO ਦਾ ਵੀ ਪ੍ਰੈਸ਼ਰ ਹੈ ਕਿ ਇਹ ਮਸਲੇ ਜਿਹੜੇ ਨੇ ਰਿਜ਼ਾਲਵ ਕੀਤੇ ਜਾਣ। ਸੋ ਮੈਂ ਆਸਵੰਦ ਹਾਂ ਕਿ ਇਹ ਗੱਲ ਜਿਹੜੀ ਆ ਉਹ ਠੀਕ ਹੋ ਜਾਏਗੀ। ਮਤਲਬ ਕਿ ਅਗਰ ਇਹ ਸਮਝੌਤਾ ਹੁੰਦਾ ਹੈਗਾ, ਜਦੋਂ ਵੀ ਇਹ ਟਾਕ ਸ਼ੁਰੂ ਹੁੰਦੀ ਹੈ, ਤਾਂ ਕੈਨੇਡਾ ਤੋਂ ਜਿਹੜਾ ਸਮਾਨ ਇੰਡੀਆ ਨੂੰ ਆਏਗਾ ਜਾਂ ਇੰਡੀਆ ਤੋਂ ਜਾਏਗਾ, ਉਹਦੇ ਤੇ ਟੈਕਸ ਘੱਟ ਹੋਏਗਾ, ਕੀ ਇਹੀ ਮਤਲਬ ਹੈ ਸਰ? ਇਹਦਾ ਮਤਲਬ ਇਹੀ ਆ। ਫ੍ਰੀ ਟ੍ਰੇਡ ਦਾ ਮਤਲਬ ਇਹ ਆ ਕਿ ਜਾਂ ਤਾਂ ਟੈਕਸ ਬਿਲਕੁਲ ਨਾ ਲਾਇਆ ਜਾਵੇ ਜਾਂ ਨੋਮੀਨਲ ਟੈਕਸ ਲਾਇਆ ਜਾਏ 2-3%, 4%, ਵੱਧ ਤੋਂ ਵੱਧ 5%। ਤੋ ਇਹਦੇ ਨਾਲ ਜਿਹੜੀਆਂ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਕੰਜ਼ਿਊਮਰ ਨੂੰ ਫਾਇਦਾ ਹੁੰਦਾ। ਇਹਦੇ ਨਾਲ ਪ੍ਰੋਡਿਊਸਰ ਨੂੰ ਤਾਂ ਖੈਰ ਹੁੰਦਾ ਹੀ ਆ ਕਿ ਜਿਨ੍ਹਾਂ ਨੇ ਐਕਸਪੋਰਟ ਕਰਨਾ ਉਹਨਾਂ ਦਾ ਮਾਲ ਜਿਹੜਾ ਉਹਨਾਂ ਮੁਲਕਾਂ ਦੇ ਵਿੱਚ ਵੱਧ ਵਿਕਦਾ ਹੈਗਾ, ਉਹ ਤਾਂ ਹੁੰਦਾ ਹੀ ਹੈ, ਲੇਕਿਨ ਕੰਜ਼ਿਊਮਰ ਨੂੰ ਇਹਦਾ ਕਾਫੀ ਫਾਇਦਾ ਹੋ ਜਾਂਦਾ ਹੈ। ਜਿਵੇਂ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੀ ਹੈ ਇਨਫਲੇਸ਼ਨ, ਜਿਹੜੀ ਫੂਡ ਇਨਫਲੇਸ਼ਨ ਹੈ ਉਹ 4-5% ਹੈ, ਤੇ ਇਹਦੇ ਕਰਕੇ ਕੈਨੇਡਾ ਚਿੰਤਾਤਰ ਹੈ ਕਿ ਬਾਹਰੋਂ ਜਿਹੜਾ ਮਾਲ ਆਉਂਦਾ ਹੈਗਾ ਉਹਨਾਂ ਨੂੰ ਸਸਤਾ ਆਵੇ, ਤਾਂ ਕਿ ਉਹਨਾਂ ਦੇ ਕੰਜ਼ਿਊਮਰ ਜਿਹੜੇ ਨੇ ਉਹਨੂੰ ਘੱਟ ਕੀਮਤ ਜਿਹੜੀ ਆ ਪੇ ਕਰਨੀ ਪਏ। ਤੇ ਜਿੱਥੋਂ ਕੀਮਤਾਂ ਵੱਧਦੀਆਂ ਨੇ ਕੰਜ਼ਿਊਮਰ ਗੁੱਡਸ ਦੀਆਂ, ਖਾਣ ਪੀਣ ਦੀਆਂ ਵਸਤਾਂ ਦੀਆਂ, ਤੇ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਵੱਧਦਾ ਹੈਗਾ। ਤੋ ਸਰਕਾਰਾਂ ਦੀ ਲੋੜ ਹੁੰਦੀ ਹੈ ਕਿ ਬਾਹਰੋਂ ਸਸਤਾ ਮਾਲ ਆਏ ਔਰ ਕੰਜ਼ਿਊਮਰ ਨੂੰ ਸਸਤਾ ਦੇ ਸਕਣ, ਤੇ ਉਹ ਦਿਖਾ ਸਕਣ ਕਿ ਸਾਡੀ ਇਹ ਪ੍ਰਾਪਤੀ ਹੈ। ਤੇ ਇਹ ਸੂਟ ਕਰਦਾ ਸਰਕਾਰਾਂ ਨੂੰ, ਤਾਂ ਕਿ ਇਸ ਕਿਸਮ ਦੇ ਐਗਰੀਮੈਂਟ ਕੀਤੇ ਜਾਣ। ਹਿੰਦੁਸਤਾਨ ਨੇ ਇਸ ਕਿਸਮ ਦਾ ਐਗਰੀਮੈਂਟ ਜਿਹੜਾ ਏਸੀਆਨ ਨਾਲ ਕੀਤਾ ਹੈਗਾ। ਪਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਤੁਹਾਡੇ ਥਰੂ ਦਰਸ਼ਕਾਂ ਨੂੰ, ਕਿ ਅਸੀਂ ਜੇ ਰੋਕ ਵੀ ਲਾ ਦਈਏ ਬਿਲਕੁਲ ਕਿ ਅਸੀਂ ਕੈਨੇਡਾ ਨਾਲ ਵਪਾਰ ਨਹੀਂ ਕਰਨਾ, ਫਿਰ ਵੀ ਵਾਇਆ ਥਰਡ ਕੰਟਰੀ ਇਹ ਵਸਤਾਂ ਇੱਕ ਦੂਜੇ ਮੁਲਕ 'ਚ ਪਹੁੰਚ ਜਾਂਦੀਆਂ ਨੇ। ਜਿਵੇਂ ਪਾਕਿਸਤਾਨ ਨਾਲ ਅਸੀਂ ਰੋਕ ਲਾਉਂਦੇ ਹਾਂ ਤੇ ਵਾਇਆ ਥਰਡ ਕੰਟਰੀ ਪਾਕਿਸਤਾਨ 'ਚ ਸਾਡੀਆਂ ਚੀਜ਼ਾਂ ਚੱਲ ਜਾਂਦੀਆਂ ਨੇ, ਪਾਕਿਸਤਾਨ ਤੋਂ ਸਾਡੇ ਮੁਲਕ ਚੱਲ ਜਾਂਦੀਆਂ ਨੇ। ਉਹਨਾਂ ਦੇ ਉੱਤੇ ਸਿਰਫ ਬ੍ਰਾਂਡ ਦੇ ਉੱਤੇ ਲਿਖਿਆ ਹੁੰਦਾ ਮੇਡ ਇਨ ਸਿੰਗਾਪੁਰ ਜਾਂ ਮੇਡ ਇਨ ਸਮਵੇਅਰ ਐਲਸ, ਦੁਬਈ, ਜਦ ਕਿ ਪਤਾ ਸਭ ਨੂੰ ਕਿ ਪਾਕਿਸਤਾਨ 'ਚ ਬਣੀਆਂ ਨੇ। ਇਸੇ ਤਰ੍ਹਾਂ ਹਿੰਦੁਸਤਾਨ ਦਾ ਬਣਿਆ ਮਾਲ, ਪੰਜਾਬ ਦਾ ਬਣਿਆ ਮਾਲ ਜਿਹੜਾ ਉਹ ਮੇਡ ਇਨ ਹਾਂਗਕਾਂਗ, ਸਿੰਗਾਪੁਰ ਜਾਂ ਦੁਬਈ ਕਰਕੇ ਪਾਕਿਸਤਾਨ 'ਚ ਐਂਟਰ ਕਰਦਾ ਰਹਿੰਦਾ, ਪਰ ਕੰਜ਼ਿਊਮਰ ਨੂੰ ਮਹਿੰਗਾ ਪੈਂਦਾ। ਤੇ ਇਸ ਕਰਕੇ ਜਿਹੜੇ ਐਗਰੀਮੈਂਟ ਨੇ ਜੇ ਸਿੱਧੇ ਹੋ ਜਾਣ ਤਾਂ ਕੰਜ਼ਿਊਮਰ ਨੂੰ ਜ਼ਿਆਦਾ ਫਾਇਦਾ ਹੋ ਜਾਂਦਾ, ਨਹੀਂ ਤੇ ਵਲ-ਵਲਾ ਕੇ ਉਹ ਵਸਤਾਂ ਤੇ ਐਂਟਰ ਕਰ ਜਾਂਦੀਆਂ ਨੇ, ਤੁਸੀਂ ਵਪਾਰ ਬੰਦ ਨਹੀਂ ਕਰ ਸਕਦੇ। ਜਿਵੇਂ ਰਸ਼ੀਅਨ ਆਇਲ ਦੇ ਉੱਤੇ ਨੈਟੋ ਬਲਾਕ ਨੇ ਜਿਹੜੀ ਰੋਕ ਲਾਈ ਹੋਈ ਹੈ, ਲੇਕਿਨ ਉਹ ਵਾਇਆ ਇੰਡੀਆ ਕਿ ਯੂਰਪ 'ਚ ਜਾ ਰਿਹਾ, ਪਰ ਯੂਰਪ ਦੇ ਲੋਕਾਂ ਨੂੰ ਮਹਿੰਗਾ ਮਿਲ ਰਿਹਾ। ਤੇ ਇਸ ਕਰਕੇ ਜੇ ਡਾਇਰੈਕਟ ਜੇ ਵਪਾਰ ਹੋਏਗਾ ਤਾਂ ਤੁਹਾਨੂੰ ਸਸਤੀਆਂ ਚੀਜ਼ਾਂ ਮਿਲਣਗੀਆਂ। ਤੋ ਇਹ ਦੋਵਾਂ ਮੁਲਕਾਂ ਦੇ ਹਿੱਤ 'ਚ ਹੈ। ਅਲਟੀਮੇਟਲੀ 6 ਮਹੀਨਿਆਂ ਨੂੰ, ਹੋਰ ਕੁਝ ਮਹੀਨਿਆਂ ਨੂੰ ਇਹ ਗੱਲ ਉਸੇ ਪਾਸੇ ਨੂੰ ਤੁਰ ਪਏਗੀ। ਥੈਂਕ ਯੂ ਗਿੱਲ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ ਔਰ ਇਹ ਵਿਚਾਰ ਸਾਂਝੇ ਕੀਤੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਸਰ। ਸ਼ੁਕਰੀਆ, ਬਹੁਤ ਬਹੁਤ ਮਨਵੀਰ।